ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਜਦੋਂ ਅਸੀਂ ਇੱਕ ਕਲਾਸਰੂਮ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਕਿਹੋ ਜਿਹੀ ਤਸਵੀਰ ਬਣਦੀ ਹੈ? ਸ਼ਾਇਦ ਇੱਕ ਸ਼ਾਂਤ ਕਮਰਾ ਜਿੱਥੇ ਸਾਰੇ ਬੱਚੇ ਚੁੱਪਚਾਪ ਬੈਠੇ ਹਨ। ਪਰ ਕੀ ਇੱਕ ਸ਼ਾਂਤ ਕਲਾਸਰੂਮ ਹਮੇਸ਼ਾ ਇੱਕ ਸਿੱਖਣ ਵਾਲਾ ਕਲਾਸਰੂਮ ਹੁੰਦਾ ਹੈ? ਆਓ ਅੱਜ ਦੀ ਗੱਲਬਾਤ ਐਸੇ ਸਵਾਲ ਤੋਂ ਸ਼ੁਰੂ ਕਰੀਏ। ਅਕਸਰ ਅਸੀਂ ਸਾਰੇ ਇਹੀ ਮੰਨ ਲੈਂਦੇ ਹਾਂ ਕਿ ਜੇ ਕਲਾਸ ਵਿੱਚ ਪੂਰੀ ਸ਼ਾਂਤੀ ਹੈ ਤਾਂ ਬੱਚੇ ਬਹੁਤ ਧਿਆਨ ਨਾਲ ਸਿੱਖ ਰਹੇ ਹਨ। ਪਰ ਕੀ ਸੱਚਮੁੱਚ ਇਸ ਪਿਨ ਡ੍ਰੌਪ ਸਾਇਲੈਂਸ ਦਾ ਮਤਲਬ ਹਮੇਸ਼ਾ ਸਿੱਖਣਾ ਹੀ ਹੁੰਦਾ ਹੈ? ਖਾਸ ਕਰਕੇ EVS ਯਾਨੀ ਵਾਤਾਵਰਣ ਅਧਿਐਨ ਵਰਗੇ ਵਿਸ਼ੇ ਲਈ ਅੱਜ ਅਸੀਂ ਇਸੇ ਧਾਰਨਾ ਨੂੰ ਥੋੜਾ ਜਿਹਾ ਚੁਣੌਤੀ ਦੇਵਾਂਗੇ। ਅਸੀਂ ਦੋ ਤਰ੍ਹਾਂ ਦੀ ਸਿੱਖਿਆ ਵਿਚਲੇ ਫਰਕ ਨੂੰ ਸਮਝਾਂਗੇ। ਇੱਕ ਹੈ ਨਿਸ਼ਕ੍ਰਿਆ ਸਿੱਖਿਆ, ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਪੈਸਿਵ ਲਰਨਿੰਗ ਕਹਿੰਦੇ ਹਾਂ, ਤੇ ਦੂਜਾ ਹੈ ਸਰਗਰਮ ਸਿੱਖਿਆ ਯਾਨੀ ਐਕਟਿਵ ਲਰਨਿੰਗ। ਤਾਂ ਫਿਰ ਸਾਡਾ ਅੱਜ ਦਾ ਸਫ਼ਰ ਕਿਹੋ ਜਿਹਾ ਰਹੇਗਾ? ਆਓ ਇੱਕ ਨਜ਼ਰ ਆਪਣੇ ਰੋਡ ਮੈਪ ਤੇ ਮਾਰੀਏ। ਅਸੀਂ 6 ਮੁੱਖ ਪੜਾਵਾਂ ਤੇ ਰੁਕਾਂਗੇ। ਅਸੀਂ ਲੈਕਚਰ ਵਿਧੀ ਦੀਆਂ ਕਮੀਆਂ ਤੋਂ ਗੱਲ ਸ਼ੁਰੂ ਕਰਾਂਗੇ, ਫਿਰ ਸਰਗਰਮ ਰਣਨੀਤੀਆਂ ਨੂੰ ਸਮਝਾਂਗੇ, ਸਿੱਖਿਆ ਦੇ ਸਹੀ ਔਜ਼ਾਰਾਂ ਬਾਰੇ ਜਾਣਾਂਗੇ, ਮੁਲਾਂਕਣ ਦੇ ਅਸਲ ਮਕਸਦ ਨੂੰ ਖੋਜਾਂਗੇ ਅਤੇ ਅਖੀਰ ਵਿੱਚ ਇਸ ਗੱਲ ਦੀ ਡੂੰਘਾਈ ਤੱਕ ਜਾਵਾਂਗੇ ਕਿ ਬੱਚਿਆਂ ਨੂੰ ਸਾਰੀ ਜ਼ਿੰਦਗੀ ਸਿੱਖਣ ਵਾਲੇ ਕਿਵੇਂ ਬਣਾਇਆ ਜਾ ਸਕਦਾ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਪੜਾਵ ਹੈ ਸਿੱਖਿਆ ਦਾ ਸਭ ਤੋਂ ਆਮ ਤਰੀਕਾ, ਲੈਕਚਰ ਵਿਧੀ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ EVS ਵਰਗੇ ਵਿਸ਼ੇ ਲਈ ਇਹ ਢੰਗ ਕਿਉਂ ਕਾਫੀ ਨਹੀਂ ਹੈ ਅਤੇ ਇਸ ਨਾਲ ਜੁੜੀ ਨਿਸ਼ਕ੍ਰਿਆ ਸਿੱਖਿਆ ਯਾਨੀ ਪੈਸਿਵ ਲਰਨਿੰਗ ਦੀ ਅਸਲ ਸਮੱਸਿਆ ਕੀ ਹੈ। ਦੇਖੋ, ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਸਿੱਖਣਾ ਇੱਕ ਸਰਗਰਮ ਯਾਨੀ ਐਕਟਿਵ ਪ੍ਰਕਿਰਿਆ ਹੈ। ਸਾਡਾ ਦਿਮਾਗ ਜਾਣਕਾਰੀ ਨੂੰ ਉਦੋਂ ਬਿਹਤਰ ਢੰਗ ਨਾਲ ਫੜਦਾ ਹੈ ਜਦੋਂ ਉਹ ਉਸ ਨਾਲ ਖੁਦ ਜੋੜਦਾ ਹੈ, ਉਸ ਨਾਲ ਕੁਝ ਕਰਦਾ ਹੈ। ਪਰ ਲੈਕਚਰ ਵਿਧੀ ਵਿੱਚ ਕੀ ਹੁੰਦਾ ਹੈ? ਬੱਚਾ ਸਿਰਫ ਇੱਕ ਨਿਸ਼ਕ੍ਰਿਆ ਸੁਣਨ ਵਾਲਾ ਯਾਨੀ ਇੱਕ ਪੈਸਿਵ ਲਿਸਨਰ ਬਣ ਕੇ ਰਹਿ ਜਾਂਦਾ ਹੈ। ਹੁਣ ਤੁਸੀਂ ਖੁਦ ਸੋਚੋ, EVS ਦਾ ਮਤਲਬ ਹੈ ਵਾਤਾਵਰਣ ਨੂੰ ਮਹਿਸੂਸ ਕਰਨਾ, ਉਸ ਨੂੰ ਜਿਉਣਾ। ਕੀ ਇੱਕ ਬੰਦ ਕਮਰੇ ਵਿੱਚ ਬੈਠ ਕੇ ਦਰਖਤਾਂ ਦੀਆਂ ਕਿਸਮਾਂ ਬਾਰੇ ਸੁਣ ਲੈਣ ਨਾਲ ਇੱਕ ਬੱਚਾ ਪੱਤਿਆਂ ਦੀ ਖੁਸ਼ਬੂ ਜਾਂ ਛੂਹਣ ਨੂੰ ਮਹਿਸੂਸ ਕਰ ਸਕਦਾ ਹੈ? ਕਦੇ ਵੀ ਨਹੀਂ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਜੇ ਲੈਕਚਰ ਨਹੀਂ ਤਾਂ ਫਿਰ ਕੀ? ਆਓ ਹੁਣ ਉਹਨਾਂ ਸਰਗਰਮ ਤਰੀਕਿਆਂ ਦੀ ਗੱਲ ਕਰੀਏ ਜਿਹੜੇ ਸਿੱਖਣ ਨੂੰ ਸੱਚਮੁੱਚ ਜੀਵੰਤ ਬਣਾ ਦਿੰਦੇ ਨੇ, ਜਿਵੇਂ ਕਿਸੇ ਬੇਜਾਨ ਤਸਵੀਰ ਵਿੱਚ ਰੰਗ ਭਰ ਦਿੰਦੇ ਹਨ। ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਸ਼ਕਤੀਸ਼ਾਲੀ ਤਰੀਕੇ ਨਾਲ। ਇਹ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਹੈ ਖੇਤਰ ਭ੍ਰਮਣ, ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਫੀਲਡ ਟ੍ਰਿਪ ਕਹਿੰਦੇ ਹਾਂ। ਜਦੋਂ ਇੱਕ ਬੱਚਾ ਕਿਸੇ ਬਾਗ ਵਿੱਚ ਜਾਂਦਾ ਹੈ ਤਾਂ ਸਿੱਖਣਾ ਸਿਰਫ ਕੰਨਾਂ ਜਾਂ ਅੱਖਾਂ ਦਾ ਕੰਮ ਨਹੀਂ ਰਹਿੰਦਾ। ਉਹ ਮਿੱਟੀ ਦੀ ਗੰਧ ਲੈਂਦਾ ਹੈ, ਪੱਤਿਆਂ ਨੂੰ ਛੂੰਹਦਾ ਹੈ, ਆਪਣੇ ਪੈਰਾਂ ਹੇਠ ਨਰਮ ਘਾਣ ਨੂੰ ਮਹਿਸੂਸ ਕਰਦਾ ਹੈ। ਮਤਲਬ ਉਸਦੀਆਂ ਸਾਰੀਆਂ ਇੰਦਰੀਆਂ ਇੱਕੋ ਵੇਲੇ ਕੰਮ ਕਰ ਰਹੀਆਂ ਹੁੰਦੀਆਂ ਹਨ। ਮਨੋਵਿਗਿਆਨ ਵਿੱਚ ਇਸ ਡੂੰਘੇ ਸਰੀਰਕ ਅਨੁਭਵ ਨੂੰ ਐਮਬੋਡੀਡ ਕੋਗਨੀਸ਼ਨ ਯਾਨੀ ਐਮਬੋਡੀਡ ਕੋਗਨੀਸ਼ਨ ਕਿਹਾ ਜਾਂਦਾ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਾਡਾ ਦਿਮਾਗ ਸਾਡੇ ਸਰੀਰ ਦੇ ਅਨੁਭਵਾਂ ਰਾਹੀਂ ਬਹੁਤ ਮਜ਼ਬੂਤੀ ਨਾਲ ਸਿੱਖਦਾ ਹੈ, ਨਾ ਕਿ ਸਿਰਫ ਸੁਣ ਕੇ। ਵਿਦਿਆਰਥੀਓ, ਜੇਕਰ ਤੁਹਾਨੂੰ ਸਾਡੀਆਂ ਇਹ ਕਲਾਸਾਂ ਪਸੰਦ ਆ ਰਹੀਆਂ ਹਨ ਤਾਂ ਯਕੀਨ ਮੰਨੋ ਤੁਹਾਨੂੰ ਸਾਡੀ ਮੌਕ ਟੈਸਟ ਸੀਰੀਜ਼ ਵੀ ਬਹੁਤ ਪਸੰਦ ਆਵੇਗੀ। ਇਸ ਦੇ ਕੁਝ ਸੈਂਪਲ ਦੇਖਣ ਲਈ ਸਾਡੇ ਟੈਲੀਗ੍ਰਾਮ ਚੈਨਲ ਤੇ ਜਾਓ, ਜਿਸ ਦਾ ਲਿੰਕ ਤੁਹਾਨੂੰ ਹੇਠਾਂ ਡਿਸਕ੍ਰਿਪਸ਼ਨ ਅਤੇ ਪਿਨ ਕੀਤੇ ਕਮੈਂਟ ਸੈਕਸ਼ਨ ਵਿੱਚ ਮਿਲ ਜਾਵੇਗਾ। ਜ਼ਰਾ ਇਸ ਸਲਾਈਡ ਵੱਲ ਧਿਆਨ ਦਿਓ। ਇਹ ਉਸੇ ਐਮਬੋਡੀਡ ਕੋਗਨੀਸ਼ਨ ਦੇ ਜਾਦੂ ਨੂੰ ਸਮਝਾਉਂਦੀ ਹੈ। ਕਲਪਨਾ ਕਰੋ ਕਿ ਦਿਮਾਗ ਵਿੱਚ ਯਾਦਾਂ ਨੂੰ ਸਟੋਰ ਕਰਨ ਲਈ ਰਸਤੇ ਬਣਦੇ ਹਨ। ਜਦੋਂ ਤੁਸੀਂ ਕੋਈ ਲੈਕਚਰ ਸੁਣਦੇ ਹੋ ਤਾਂ ਦਿਮਾਗ ਵਿੱਚ ਯਾਦਦਾਸ਼ਤ ਲਈ ਸਿਰਫ ਇੱਕ ਰਸਤਾ ਬਣਦਾ ਹੈ, ਸੁਣਨ ਵਾਲਾ ਯਾਨੀ ਆਡਿਟਰੀ ਪਾਥਵੇ। ਪਰ ਜਦੋਂ ਤੁਸੀਂ ਇੱਕ ਫੀਲਡ ਟ੍ਰਿਪ ਤੇ ਹੁੰਦੇ ਹੋ ਤਾਂ ਤੁਹਾਡੀਆਂ ਅੱਖਾਂ, ਨੱਕ, ਚਮੜੀ ਸਭ ਕੁਝ ਦਿਮਾਗ ਨੂੰ ਸਿਗਨਲ ਭੇਜ ਰਿਹਾ ਹੁੰਦਾ ਹੈ, ਜਿਸ ਨਾਲ 100 ਤੋਂ ਵੀ ਵੱਧ ਵੱਖਰੇ ਰਸਤੇ ਬਣ ਜਾਂਦੇ ਹਨ। ਸ਼ਾਇਦ ਇਸੇ ਲਈ ਸਾਨੂੰ ਇਤਿਹਾਸ ਦੀਆਂ 100 ਤਰੀਕਾਂ ਭੁੱਲ ਜਾਂਦੀਆਂ ਹਨ, ਪਰ ਬਚਪਨ ਵਿੱਚ ਕੀਤਾ ਗਿਆ ਇੱਕ ਪੋਸਟ ਆਫਿਸ ਦਾ ਦੌਰਾ ਸਾਰੀ ਉਮਰ ਯਾਦ ਰਹਿੰਦਾ ਹੈ। ਪਰ ਮੈਂ ਜਾਣਦਾ ਹਾਂ ਤੁਹਾਡੇ ਮਨ ਵਿੱਚ ਇੱਕ ਸਵਾਲ ਆ ਰਿਹਾ ਹੋਵੇਗਾ ਕਿ ਇਹ ਸਭ ਵਿਵਹਾਰਿਕ ਹੈ। ਸਮਾਂ, ਪੈਸਾ, ਸੁਰੱਖਿਆ ਦੀ ਚਿੰਤਾ, ਇਹ ਸਾਰੇ ਜਾਇਜ਼ ਸਵਾਲ ਹਨ। ਪਰ ਫੀਲਡ ਟ੍ਰਿਪ ਦਾ ਮਤਲਬ ਹਮੇਸ਼ਾ ਕਿਸੇ ਦੂਰ-ਦੁਰਾਡੇ ਅਜਾਇਬ ਘਰ ਜਾਣਾ ਨਹੀਂ ਹੁੰਦਾ। ਸਕੂਲ ਦਾ ਆਪਣਾ ਛੋਟਾ ਜਿਹਾ ਬਾਗ, ਸਕੂਲ ਦੇ ਨੇੜੇ ਕੋਈ ਛੱਪੜ ਜਾਂ ਕਿਸੇ ਸਥਾਨਕ ਖੁਮਿਆਰ ਦੇ ਘਰ ਜਾ ਕੇ ਚੱਕ ਤੇ ਮਿੱਟੀ ਨੂੰ ਘੁੰਮਦੇ ਦੇਖਣਾ ਵੀ ਇੱਕ ਬਹੁਤ ਹੀ ਸ਼ਕਤੀਸ਼ਾਲੀ ਫੀਲਡ ਟ੍ਰਿਪ ਹੈ। ਸਾਲ ਵਿੱਚ ਸਿਰਫ 2 ਜਾਂ 3 ਵਾਰ ਵੀ ਅਜਿਹਾ ਅਨੁਭਵ ਬੱਚਿਆਂ ਦੀ ਸੋਚ ਤੇ ਹਮੇਸ਼ਾ ਲਈ ਇੱਕ ਡੂੰਘੀ ਛਾਪ ਛੱਡ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਦੂਜੇ ਜਾਦੂਈ ਤਰੀਕੇ ਦੀ, ਕਹਾਣੀ ਸੁਣਾਉਣਾ ਯਾਨੀ ਸਟੋਰੀ ਟੈਲਿੰਗ। ਕਹਾਣੀਆਂ ਸਾਡੇ ਦਿਮਾਗ ਲਈ ਭਾਸ਼ਾ ਦਾ ਸਭ ਤੋਂ ਕੁਦਰਤੀ ਫਾਰਮੈਟ ਹਨ। ਜਦੋਂ ਤੁਸੀਂ ਇੱਕ ਬੱਚੇ ਨੂੰ ਸਿਰਫ ਇੱਕ ਨਿਯਮ ਦੱਸਦੇ ਹੋ, ਪਾਣੀ ਬਚਾਓ, ਤਾਂ ਇਹ ਦਿਮਾਗ ਲਈ ਸਿਰਫ ਇੱਕ ਹੁਕਮ ਹੈ। ਪਰ ਜਦੋਂ ਤੁਸੀਂ ਉਸੇ ਬੱਚੇ ਨੂੰ ਪਿਆਸੇ ਕਾਂ ਦੀ ਕਹਾਣੀ ਸੁਣਾਉਂਦੇ ਹੋ, ਜੋ ਇੱਕ ਕੰਕਰ ਪਾ ਕੇ ਪਾਣੀ ਉੱਪਰ ਲਿਆਉਂਦਾ ਹੈ, ਤਾਂ ਇਹ ਸਿੱਧਾ ਦਿਲ ਨਾਲ ਜੁੜਦਾ ਹੈ।
ਇਹ ਸਿੱਖਿਆ ਨੂੰ ਭਾਵਨਾਤਮਕ ਬਣਾ ਦਿੰਦਾ ਹੈ ਅਤੇ ਭਾਵਨਾਵਾਂ ਨਾਲ ਜੁੜੀ ਹੋਈ ਗੱਲ ਕਦੇ ਵੀ ਨਹੀਂ ਭੁੱਲਦੀ। ਤੀਜਾ ਤਰੀਕਾ ਹੈ ਚਰਚਾ ਯਾਨੀ ਡਿਸਕਸ਼ਨ। ਪਰ ਇੱਕ ਚੰਗੀ ਚਰਚਾ ਕਿਵੇਂ ਕਰਵਾਈ ਜਾਵੇ? ਇੱਥੇ ਸਭ ਤੋਂ ਵੱਡਾ ਬਦਲਾਅ ਅਧਿਆਪਕ ਦੀ ਭੂਮਿਕਾ ਵਿੱਚ ਆਉਂਦਾ ਹੈ। ਅਧਿਆਪਕ ਨੂੰ ਇੱਕ ਲੈਕਚਰਰ ਤੋਂ ਇੱਕ ਫੈਸਿਲਿਟੇਟਰ ਬਣਨਾ ਪੈਂਦਾ ਹੈ। ਫੈਸਿਲਿਟੇਟਰ ਉਹ ਹੁੰਦਾ ਹੈ ਜੋ ਸਿੱਖਣ ਨੂੰ ਸੌਖਾ ਬਣਾਉਂਦਾ ਹੈ, ਜਵਾਬ ਦੱਸਦਾ ਨਹੀਂ, ਸਗੋਂ ਜਵਾਬ ਲੱਭਣ ਵਿੱਚ ਮਦਦ ਕਰਦਾ ਹੈ। ਉਸ ਦਾ ਪਹਿਲਾ ਕੰਮ ਇੱਕ ਸੁਰੱਖਿਅਤ ਮਾਹੌਲ ਬਣਾਉਣਾ ਹੈ, ਜਿੱਥੇ ਬੱਚਾ ਗਲਤ ਜਵਾਬ ਦੇਣ ਤੋਂ ਡਰੇ ਨਾ, ਸਗੋਂ ਉਸ ਨੂੰ ਸਿੱਖਣ ਦਾ ਇੱਕ ਮੌਕਾ ਸਮਝੇ। ਇੱਕ ਫੈਸਿਲਿਟੇਟਰ ਦਾ ਟੀਚਾ ਜਵਾਬ ਦੇਣਾ ਨਹੀਂ, ਸਗੋਂ ਸਹੀ ਸਵਾਲ ਪੁੱਛਣਾ ਹੈ, ਜਿਵੇਂ ਤੁਹਾਨੂੰ ਅਜਿਹਾ ਕਿਉਂ ਲੱਗਦਾ ਹੈ, ਤਾਂ ਜੋ ਬੱਚੇ ਦੀ ਸੋਚਣ ਦੀ ਪ੍ਰਕਿਰਿਆ ਯਾਨੀ ਥਿੰਕਿੰਗ ਪ੍ਰੋਸੈਸ ਨੂੰ ਉਤਸ਼ਾਹ ਮਿਲ ਸਕੇ। ਹੁਣ ਗੱਲ ਕਰਦੇ ਹਾਂ ਦਤ ਕਾਰਜ ਯਾਨੀ ਅਸਾਈਨਮੈਂਟ ਦੀ। ਅਸੀਂ ਸਭ ਜਾਣਦੇ ਹਾਂ ਕਿ ਇੱਕ ਆਮ ਸਮੱਸਿਆ ਇਹ ਹੈ ਕਿ ਬੱਚਿਆਂ ਦੀ ਅਸਾਈਨਮੈਂਟਸ ਅਕਸਰ ਉਹਨਾਂ ਦੇ ਮਾਪੇ ਕਰਦੇ ਹਨ। ਇਸ ਦਾ ਕਾਰਨ ਕੀ ਹੈ? ਸ਼ਾਇਦ ਅਸਾਈਨਮੈਂਟ ਦਾ ਡਿਜ਼ਾਈਨ। ਅਸਾਈਨਮੈਂਟ ਦਾ ਮਕਸਦ ਕਾਪੀ ਪੜ੍ਹਨਾ ਨਹੀਂ ਹੋਣਾ ਚਾਹੀਦਾ, ਸਗੋਂ ਸਿੱਖਣ ਨੂੰ ਕਲਾਸਰੂਮ ਤੋਂ ਬਾਹਰ ਅਸਲ ਜ਼ਿੰਦਗੀ ਨਾਲ ਜੋੜਨਾ ਹੋਣਾ ਚਾਹੀਦਾ ਹੈ। ਉਦਾਹਰਣ ਵਜੋਂ, ਬੱਚੇ ਨੂੰ ਇਹ ਕਹਿਣ ਦੀ ਬਜਾਏ ਕਿ 5 ਤਰ੍ਹਾਂ ਦੇ ਪੱਤਿਆਂ ਦੇ ਚਿੱਤਰ ਬਣਾਓ, ਉਸ ਨੂੰ ਇਹ ਕੰਮ ਦਿਓ ਕਿ ਉਹ ਆਪਣੇ ਆਲੇ-ਦੁਆਲੇ ਘੁੰਮ ਕੇ ਪਤਾ ਲਗਾਏ ਕਿ ਸਭ ਤੋਂ ਵੱਡਾ ਪੱਤਾ ਕਿਸ ਦਰਖਤ ਦਾ ਹੈ ਅਤੇ ਸਭ ਤੋਂ ਛੋਟਾ ਕਿਸ ਦਾ। ਇਹ ਅਸਲ ਖੋਜ ਹੈ, ਨਕਲ ਨਹੀਂ। ਤਾਂ ਸਾਡੇ ਕੋਲ ਫੀਲਡ ਟ੍ਰਿਪ, ਕਹਾਣੀ ਅਤੇ ਚਰਚਾ ਵਰਗੀਆਂ ਸ਼ਾਨਦਾਰ ਗੱਡੀਆਂ ਤਾਂ ਹਨ, ਪਰ ਇਹਨਾਂ ਨੂੰ ਚਲਾਉਣ ਲਈ ਸਾਨੂੰ ਈਂਧਨ ਯਾਨੀ ਪੈਟਰੋਲ ਦੀ ਵੀ ਲੋੜ ਹੈ। ਇੱਥੇ ਭੂਮਿਕਾ ਆਉਂਦੀ ਹੈ ਸਿੱਖਣ ਸਹਾਇਕ ਸਮੱਗਰੀ ਦੀ, ਜਿਸ ਨੂੰ ਟੀਚਿੰਗ ਲਰਨਿੰਗ ਮਟੀਰੀਅਲ ਜਾਂ TLM ਕਿਹਾ ਜਾਂਦਾ ਹੈ। ਇਹ ਉਹ ਔਜ਼ਾਰ ਹਨ ਜੋ ਸਾਡੀਆਂ ਵਿਧੀਆਂ ਨੂੰ ਅਸਲ ਵਿੱਚ ਕੰਮ ਕਰਨ ਵਿੱਚ ਮਦਦ ਕਰਦੇ ਹਨ। ਸਭ ਤੋਂ ਪ੍ਰਭਾਵਸ਼ਾਲੀ TLM ਵਿੱਚੋਂ ਇੱਕ ਹੈ ਦ੍ਰਿਸ਼ ਸ਼ਰਵਣ ਸਮੱਗਰੀ ਯਾਨੀ ਆਡੀਓ ਵਿਜ਼ੂਅਲ ਏਡਸ, ਜਿਵੇਂ ਕਿ ਕੋਈ ਵੀਡੀਓ ਜਾਂ ਫਿਲਮ। ਇਸ ਦੇ ਪਿੱਛੇ ਇੱਕ ਬਹੁਤ ਹੀ ਦਿਲਚਸਪ ਵਿਗਿਆਨਿਕ ਸਿਧਾਂਤ ਕੰਮ ਕਰਤਾ ਹੈ, ਜਿਸका ਨਾਮ ਹੈ ਡੁਅਲ ਕੋਡਿੰਗ ਥਿਊਰੀ ਯਾਨੀ ਡੁਅਲ ਕੋਡਿੰਗ ਥਿਊਰੀ। ਇਹ ਥਿਊਰੀ ਕਹਿੰਦੀ ਹੈ ਕਿ ਜਦੋਂ ਅਸੀਂ ਕੋਈ ਵੀਡੀਓ ਦੇਖਦੇ ਹਾਂ ਤਾਂ ਸਾਡਾ ਦਿਮਾਗ ਉਸ ਜਾਣਕਾਰੀ ਨੂੰ 2 ਵੱਖ-ਵੱਖ ਫਾਈਲਾਂ ਵਿੱਚ ਸਟੋਰ ਕਰਦਾ ਹੈ। ਇੱਕ ਵਿਜ਼ੂਅਲ ਫਾਈਲ ਜਿਸ ਵਿੱਚ ਉਹ ਸਭ ਹੁੰਦਾ ਹੈ ਜੋ ਅਸੀਂ ਦੇਖਿਆ, ਔਰ ਇੱਕ ਆਡੀਓ ਫਾਈਲ ਜਿਸ ਵਿੱਚ ਉਹ ਸਭ ਹੁੰਦਾ ਹੈ ਜੋ ਅਸੀਂ ਸੁਣਿਆ। ਇਸ ਨਾਲ ਕੀ ਹੁੰਦਾ ਹੈ? ਜਦੋਂ ਸਾਨੂੰ ਉਹ ਗੱਲ ਯਾਦ ਕਰਨੀ ਹੁੰਦੀ ਹੈ ਤਾਂ ਦਿਮਾਗ ਕੋਲ ਉਸ ਜਾਣਕਾਰੀ ਤੱਕ ਪਹੁੰਚਣ ਦੇ 2 ਰਸਤੇ ਹੁੰਦੇ ਹਨ, ਜਿਸ ਨਾਲ ਯਾਦ ਰੱਖਣਾ ਦੁੱਗਣਾ ਆਸਾਨ ਹੋ ਜਾਂਦਾ ਹੈ। ਇੱਕ ਹੋਰ ਅਨਮੋਲ ਖਜ਼ਾਨਾ ਜਿਸ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਉਹ ਹੈ ਸਮੁਦਾਇਕ ਸੰਸਾਧਨ ਯਾਨੀ ਕਮਿਊਨਿਟੀ ਰਿਸੋਰਸਸ। ਸਾਡੇ ਆਲੇ-ਦੁਆਲੇ ਹੀ ਮਾਹਿਰ ਮੌਜੂਦ ਹਨ। ਸੋਚੋ, ਜੇ ਬੱਚਿਆਂ ਨੂੰ ਪੌਦਿਆਂ ਬਾਰੇ ਸਿਖਾਉਣਾ ਹੈ ਤਾਂ ਸਕੂਲ ਦੇ ਮਾਲੀ ਤੋਂ ਵਧੀਆ ਅਧਿਆਪਕ ਕੌਣ ਹੋ ਸਕਦਾ ਹੈ? ਜਾਂ ਜੇ ਬਿਮਾਰੀਆਂ ਬਾਰੇ ਦੱਸਣਾ ਹੈ ਤਾਂ ਕਿਸੇ ਡਾਕਟਰ ਜਾਂ ਨਰਸ ਨੂੰ ਕਲਾਸ ਵਿੱਚ ਬੁਲਾਇਆ ਜਾ ਸਕਦਾ ਹੈ। ਇਹ ਲੋਕ ਸਿਰਫ ਕਿਤਾਬੀ ਗਿਆਨ ਨਹੀਂ, ਸਗੋਂ ਆਪਣੀ ਜ਼ਿੰਦਗੀ ਦਾ ਤਜਰਬਾ ਲੈ ਕੇ ਆਉਂਦੇ ਹਨ, ਅਤੇ ਉਹ ਤਜਰਬਾ ਕਿਸੇ ਵੀ ਕਿਤਾਬ ਤੋਂ ਵੱਧ ਕੀਮਤੀ ਹੁੰਦਾ ਹੈ। ਤਾਂ ਫਿਰ ਪਾਠ ਪੁਸਤਕ ਦੀ ਕੀ ਭੂਮਿਕਾ ਹੈ? ਯਾਦ ਰੱਖੋ, ਪਾਠ ਪੁਸਤਕ ਇੱਕ ਸਫ਼ਰ ਦਾ ਸ਼ੁਰੂਆਤੀ ਬਿੰਦੂ ਹੈ, ਅੰਤਿਮ ਮੰਜ਼ਿਲ ਨਹੀਂ। ਇੱਕ ਚੰਗੇ ਅਧਿਆਪਕ ਦਾ ਕੰਮ ਬੱਚਿਆਂ ਨੂੰ ਇਹ ਸਿਖਾਉਣਾ ਹੈ ਕਿ ਕਿਤਾਬ ਵਿੱਚ ਲਿਖੀ ਹਰ ਗੱਲ ਨੂੰ ਅੱਖਾਂ ਬੰਦ ਕਰਕੇ ਨਾ ਮੰਨਣ, ਸਗੋਂ ਉਸ ਜਾਣਕਾਰੀ ਨੂੰ ਅਖਬਾਰ, ਇੰਟਰਨੈਟ ਜਾਂ ਲੋਕਾਂ ਨਾਲ ਗੱਲ ਕਰਕੇ ਪਰਖਣ। ਇਸੇ ਪ੍ਰਕਿਰਿਆ ਨੂੰ ਆਲੋਚਨਾਤਮਕ ਸੋਚ ਯਾਨੀ ਕ੍ਰਿਟੀਕਲ ਥਿੰਕਿੰਗ ਕਹਿੰਦੇ ਹਨ। ਅਸੀਂ ਸਿਖਾਉਣ ਦੇ ਵਧੀਆ ਤਰੀਕੇ ਵਰਤ ਲਏ, ਵਧੀਆ ਔਜ਼ਾਰ ਵੀ ਵਰਤ ਲਏ, ਪਰ ਇਹ ਸਭ ਕਿੰਨਾ ਕਾਰਗਰ ਰਿਹਾ, ਇਸ ਦਾ ਪਤਾ ਕਿਵੇਂ ਲੱਗੇਗਾ? ਇੱਥੇ ਭੂਮਿਕਾ ਆਉਂਦੀ ਹੈ ਅੰਕਲਨ ਯਾਨੀ ਅਸੈਸਮੈਂਟ ਅਤੇ ਮੁਲਾਂਕਣ ਯਾਨੀ ਇਵੈਲੂਏਸ਼ਨ ਦੀ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ, ਇਹਨਾਂ ਦਾ ਅਸਲ ਮਕਸਦ ਬੱਚੇ ਤੇ ਪਾਸ-ਫੇਲ ਦਾ ਠੱਪਾ ਲਗਾਉਣਾ ਯਾਨੀ ਜਜਮੈਂਟ ਦੇਣਾ ਨਹੀਂ ਹੈ। ਇਹਨਾਂ ਦਾ ਅਸਲ ਮਕਸਦ ਨਿਦਾਨ ਕਰਨਾ ਯਾਨੀ ਡਾਇਗਨੋਸਿਸ ਕਰਨਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਡਾਕਟਰ ਬਿਮਾਰੀ ਦਾ ਪਤਾ ਲਗਾਉਂਦਾ ਹੈ ਤਾਂ ਜੋ ਉਸ ਦਾ ਸਹੀ ਇਲਾਜ ਕਰ ਸਕੇ। ਆਓ ਇਸੇ ਸੰਦਰਭ ਵਿੱਚ CCE ਨੂੰ ਸਮਝੀਏ। CCE ਦਾ ਪੂਰਾ ਨਾਮ ਹੈ ਨਿਰੰਤਰ ਅਤੇ ਵਿਆਪਕ ਮੁਲਾਂਕਣ ਯਾਨੀ ਕੰਟੀਨਿਊਅਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ। ਪਹਿਲਾ ਸ਼ਬਦ ਹੈ ਨਿਰੰਤਰ ਕੰਟੀਨਿਊਅਸ, ਜਿਸ ਦਾ ਮਤਲਬ ਹੈ ਕਿ ਮੁਲਾਂਕਣ ਸਿਰਫ ਸਾਲ ਦੇ ਅੰਤ ਵਿੱਚ ਇੱਕ ਪ੍ਰੀਖਿਆ ਰਾਹੀਂ ਨਹੀਂ, ਸਗੋਂ ਲਗਾਤਾਰ ਪੂਰਾ ਸਾਲ ਚੱਲਦਾ ਹੈ। ਇਸ ਨੂੰ ਇੱਕ ਫਿਟਨੈਸ ਟਰੈਕਰ ਵਾਂਗ ਸਮਝੋ ਜੋ ਹਰ ਰੋਜ਼ ਫੀਡਬੈਕ ਦਿੰਦਾ ਹੈ। ਦੂਜਾ ਸ਼ਬਦ ਹੈ ਵਿਆਪਕ ਕੰਪਰੀਹੈਂਸਿਵ, ਜਿਸ ਦਾ ਮਤਲਬ ਹੈ ਕਿ ਅਸੀਂ ਸਿਰਫ ਕਿਤਾਬੀ ਗਿਆਨ ਨਹੀਂ, ਸਗੋਂ ਬੱਚੇ ਦੀ ਪੂਰੀ ਸ਼ਖਸੀਅਤ, ਜਿਵੇਂ ਉਹ ਦੂਜਿਆਂ ਨਾਲ ਕਿਵੇਂ ਵਰਤਦਾ ਹੈ, ਖੇਡਾਂ ਵਿੱਚ ਉਸ ਦੀ ਰੁਚੀ, ਉਸ ਦੀ ਕਲਾ, ਹਰ ਪਹਿਲੂ ਦਾ ਮੁਲਾਂਕਣ ਕਰ ਰਹੇ ਹਾਂ। ਚਲੋ ਹੁਣ ਉਹਨਾਂ ਖਾਸ ਸਾਧਨਾਂ ਤੇ ਇੱਕ ਨਜ਼ਰ ਮਾਰੀਏ ਜੋ ਇਸ ਨਿਰੰਤਰ ਮੁਲਾਂਕਣ ਨੂੰ ਕਰਨ ਵਿੱਚ ਸਾਡੀ ਮਦਦ ਕਰਦੇ ਹਨ।
ਧਿਆਨ ਨਾਲ ਸਮਝਣਾ, ਕਿਉਂਕਿ ਪ੍ਰੀਖਿਆ ਦੇ ਨਜ਼ਰੀਏ ਤੋਂ ਇਹ ਭਾਗ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਮੁਲਾਂਕਣ ਦੇ ਦੋ ਮੁੱਖ ਪ੍ਰਕਾਰ ਹੁੰਦੇ ਹਨ ਅਤੇ ਇਹਨਾਂ ਨੂੰ ਸਮਝਣ ਲਈ ਸ਼ੈਫ ਵਾਲੀ ਉਦਾਹਰਣ ਸਭ ਤੋਂ ਵਧੀਆ ਹੈ। ਪਹਿਲਾ ਹੈ ਸਿੱਖਣ ਲਈ ਅੰਕਲਨ, ਜਿਸ ਨੂੰ ਅਸੈਸਮੈਂਟ ਫॉर ਲਰਨਿੰਗ ਕਹਿੰਦੇ ਹਨ। ਇਹ ਉਦੋਂ ਹੁੰਦਾ ਹੈ ਜਦੋਂ ਸ਼ੈਫ ਸੂਪ ਬਣਾਉਂਦੇ ਹੋਏ ਉਸ ਨੂੰ ਚਮਚ ਨਾਲ ਚੱਖਦਾ ਹੈ ਤਾਂ ਕਿ ਜੇ ਨਮਕ ਘੱਟ ਹੋਵੇ ਤਾਂ ਹੋਰ ਪਾ ਸਕੇ। ਮਕਸਦ ਕੀ ਹੈ? ਸੁਧਾਰ ਕਰਨਾ। ਇਸ ਨੂੰ ਰਚਨਾਤਮਕ ਅੰਕਲਨ ਯਾਨੀ ਫਾਰਮੇਟਿਵ ਅਸੈਸਮੈਂਟ ਵੀ ਕਿਹਾ ਜਾਂਦਾ ਹੈ। ਦੂਜੇ ਪਾਸੇ ਹੈ ਸਿੱਖਣ ਦਾ ਅੰਕਲਨ ਯਾਨੀ ਅਸੈਸਮੈਂਟ ਆਫ ਲਰਨਿੰਗ। ਇਹ ਉਦੋਂ ਹੁੰਦਾ ਹੈ ਜਦੋਂ ਮਹਿਮਾਨ ਤਿਆਰ ਹੋ ਚੁੱਕੇ ਸੂਪ ਨੂੰ ਚੱਖ ਕੇ ਦੱਸਦੇ ਹਨ ਕਿ ਉਹ ਚੰਗਾ ਹੈ ਜਾਂ ਮਾੜਾ। ਇੱਥੇ ਮਕਸਦ ਨਿਰਣਾ ਦੇਣਾ ਹੈ। ਇਸ ਨੂੰ ਯੋਗਾਤਮਕ ਅੰਕਲਨ ਯਾਨੀ ਸਮੇਟਿਵ ਅਸੈਸਮੈਂਟ ਕਿਹਾ ਜਾਂਦਾ ਹੈ, ਜਿਵੇਂ ਕਿ ਸਾਡੀਆਂ ਸਾਲਾਨਾ ਪ੍ਰੀਖਿਆਵਾਂ। ਹੁਣ ਗੱਲ ਕਰਦੇ ਹਾਂ ਪੋਰਟਫੋਲੀਓ ਦੀ। ਪੋਰਟਫੋਲੀਓ, ਜਿਸ ਨੂੰ ਅੰਗਰੇਜ਼ੀ ਵਿੱਚ ਵੀ ਪੋਰਟਫੋਲੀਓ ਹੀ ਕਹਿੰਦੇ ਹਨ, ਮੁਲਾਂਕਣ ਦਾ ਇੱਕ ਬਹੁਤ ਹੀ ਵਧੀਆ ਸਾਧਨ ਹੈ। ਇਹ ਬੱਚੇ ਦੇ ਕੰਮ ਦੀ ਇੱਕ ਫਾਈਲ ਹੁੰਦੀ ਹੈ, ਪਰ ਇਹ ਸਿਰਫ ਟੈਸਟ ਦੇ ਨੰਬਰਾਂ ਦਾ ਸੰਗ੍ਰਹਿ ਨਹੀਂ ਹੈ। ਇਹ ਉਸ ਦੀ ਪੂਰੀ ਕਹਾਣੀ ਦੱਸਦੀ ਹੈ। ਇਸ ਵਿੱਚ ਉਸ ਦੀ ਸਭ ਤੋਂ ਵਧੀਆ ਪੇਂਟਿੰਗ, ਉਸ ਦੇ ਪ੍ਰੋਜੈਕਟ ਦੀਆਂ ਤਸਵੀਰਾਂ, ਉਸ ਵੱਲੋਂ ਲਿਖੀ ਕੋਈ ਕਵਿਤਾ, ਸਭ ਕੁਝ ਸ਼ਾਮਿਲ ਹੋ ਸਕਦਾ ਹੈ। ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਉਸ ਦੀ ਕ੍ਰਮਿਕ ਪ੍ਰਗਤੀ ਯਾਨੀ ਪ੍ਰੋਗਰੈਸ ਓਵਰ ਟਾਈਮ ਨੂੰ ਬਹੁਤ ਸਪਸ਼ਟ ਤੌਰ ਤੇ ਦਰਸਾਉਂਦਾ ਹੈ। ਇਸ ਤੋਂ ਇਲਾਵਾ ਹੋਰ ਸਾਧਨਾਂ ਵਿੱਚ ਸ਼ਾਮਿਲ ਹੈ ਦ੍ਰਿਸ਼ਟਾਂਤ ਅਭਿਲੇਖ ਯਾਨੀ ਐਨੈਕਡੋਟਲ ਰਿਕਾਰਡਸ। ਇਸ ਨੂੰ ਯਾਦ ਰੱਖਣ ਦਾ ਸਭ ਤੋਂ ਸੌਖਾ ਤਰੀਕਾ ਹੈ ਸ਼ਬਦਾਂ ਵਿੱਚ ਲਿਖੀ ਸੀਸੀਟੀਵੀ ਫੁਟੇਜ। ਇਸ ਵਿੱਚ ਅਧਿਆਪਕ ਬਿਨਾਂ ਕਿਸੇ ਭਾਵਨਾ ਦੇ ਸਿਰਫ ਤੱਥ ਲਿਖਦਾ ਹੈ, ਜਿਵੇਂ ਅੱਜ ਰਾਜ ਨੇ ਆਪਣਾ ਟਿਫਿਨ ਰੀਆ ਨਾਲ ਸਾਂਝਾ ਕੀਤਾ। ਫਿਰ ਆਉਂਦੀ ਹੈ ਚੈੱਕਲਿਸਟ, ਜਿਸ ਵਿੱਚ ਜਵਾਬ ਸਿਰਫ ਹਾਂ ਜਾਂ ਨਾ ਵਿੱਚ ਹੁੰਦਾ ਹੈ। ਅਤੇ ਅੰਤ ਵਿੱਚ ਹੈ ਰੇਟਿੰਗ ਸਕੇਲ, ਜੋ ਕਿਸੇ ਗੁਣ ਦੀ ਮਾਤਰਾ ਦੱਸਦਾ ਹੈ, ਜਿਵੇਂ ਕਿ ਇਹ ਸਫਾਈ ਦੇ ਗੁਣ ਨੂੰ 1 ਤੋਂ 5 ਦੇ ਪੈਮਾਨੇ ਤੇ ਮਾਪਣਾ। ਹੁਣ ਅਸੀਂ ਆਪਣੇ ਸਫ਼ਰ ਦੇ ਆਖਰੀ ਪੜਾਅ ਵੱਲ ਵਧ ਰਹੇ ਹਾਂ। ਸਾਡਾ ਅਸਲ ਮਕਸਦ ਸਿਰਫ ਸਿਲੇਬਸ ਪੂਰਾ ਕਰਨਾ ਨਹੀਂ, ਸਗੋਂ ਬੱਚਿਆਂ ਵਿੱਚ ਉਹ ਹੁਨਰ ਪੈਦਾ ਕਰਨਾ ਹੈ ਜੋ ਉਹਨਾਂ ਨੂੰ ਜੀਵਨ ਭਰ ਸਿੱਖਣ ਵਾਲੇ ਬਣਾਉਣ। ਇਹ ਉਹਨਾਂ ਹੁਨਰਾਂ ਕੇ ਕੇਂਦਰਿਤ ਹੈ ਜੋ ਅਸਲ ਉਤਸੁਕਤਾ ਅਤੇ ਆਲੋਚਨਾਤਮਕ ਸੋਚ ਨੂੰ ਜਨਮ ਦਿੰਦੇ ਹਨ। ਸਵਾਲ ਪੁੱਛਣ ਦੀ ਕਲਾ ਇੱਕ ਅਧਿਆਪਕ ਲਈ ਬਹੁਤ ਮਹੱਤਵਪੂਰਨ ਹੈ। ਸਵਾਲ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲੇ ਹੁੰਦੇ ਹਨ ਬੰਦ ਅੰਤ ਵਾਲੇ ਸਵਾਲ ਯਾਨੀ ਕਲੋਜ਼ਡ ਐਂਡਡ ਕੁਐਸਚਨਸ, ਜਿਨ੍ਹਾਂ ਦਾ ਸਿਰਫ ਇੱਕ ਸਹੀ ਜਵਾਬ ਹੁੰਦਾ ਹੈ, ਜਿਵੇਂ ਭਾਰਤ ਦੀ ਰਾਜਧਾਨੀ ਕੀ ਹੈ। ਇਹ ਯਾਦਦਾਸ਼ਤ ਨੂੰ ਪਰਖਦੇ ਹਨ। ਪਰ ਦੂਜੇ ਅਤੇ ਜ਼ਿਆਦਾ ਸ਼ਕਤੀਸ਼ਾਲੀ ਸਵਾਲ ਹੁੰਦੇ ਹਨ ਮੁਕਤ ਅੰਤ ਵਾਲੇ ਸਵਾਲ ਯਾਨੀ ਓਪਨ ਐਂਡਡ ਕੁਐਸਚਨਸ। ਇਹ ਸੋਚ ਨੂੰ ਪਰਖਦੇ ਹਨ, ਜਿਵੇਂ ਕਲਪਨਾ ਕਰੋ ਕਿ ਜੇ ਇੱਕ ਹਫ਼ਤੇ ਲਈ ਬਿਜਲੀ ਚਲੀ ਜਾਏ ਤਾਂ ਕੀ ਹੋਵੇਗਾ। ਇਸ ਦਾ ਕੋਈ ਇੱਕ ਸਹੀ ਜਵਾਬ ਨਹੀਂ ਹੈ। ਅਜਿਹੇ ਸਵਾਲ ਬੱਚੇ ਦੀ ਕਲਪਨਾ, ਸਿਰਜਣਾਤਮਕਤਾ ਅਤੇ ਸੋਚ ਨੂੰ ਉਡਾਨ ਦਿੰਦੇ ਹਨ। ਅਤੇ ਆਖਰੀ ਗੱਲ, ਨਕਸ਼ੇ ਪੜ੍ਹਾਉਣਾ। EVS ਵਿੱਚ ਨਕਸ਼ੇ ਪੜ੍ਹਾਉਣ ਦਾ ਮਕਸਦ ਰਾਜਧਾਨੀਆਂ ਰਟਾਉਣਾ ਨਹੀਂ ਹੈ। ਅਸਲ ਮਕਸਦ ਹੈ ਬੱਚਿਆਂ ਵਿੱਚ ਸਾਪੇਕਸ਼ ਸਥਿਤੀ ਦੀ ਸਮਝ ਯਾਨੀ ਅੰਡਰਸਟੈਂਡਿੰਗ ਆਫ ਰਿਲੇਟਿਵ ਪੋਜੀਸ਼ਨ ਨੂੰ ਵਿਕਸਿਤ ਕਰਨਾ। ਇਸ ਦਾ ਮਤਲਬ ਹੈ ਕਿ ਬੱਚਾ ਇਹ ਸਮਝ ਸਕੇ ਕਿ ਕੋਈ ਥਾਂ ਕਿਸੇ ਦੂਜੀ ਥਾਂ ਦੇ ਮੁਕਾਬਲੇ ਕਿੱਥੇ ਹੈ, ਕਿੰਨੀ ਦੂਰ ਹੈ ਅਤੇ ਕਿਸ ਦਿਸ਼ਾ ਵਿੱਚ ਹੈ। ਇਸ ਵਿੱਚ 3 ਚੀਜ਼ਾਂ ਸ਼ਾਮਿਲ ਹਨ: ਸਥਾਨ, ਲੋਕੇਸ਼ਨ, ਦੂਰੀ, ਡਿਸਟੈਂਸ ਅਤੇ ਦਿਸ਼ਾ, ਡਾਇਰੈਕਸ਼ਨ। ਇਹ ਇੱਕ ਬਹੁਤ ਜ਼ਰੂਰੀ ਜੀਵਨ ਹੁਨਰ ਹੈ। ਆਓ ਇੱਕ ਵਾਰ ਫਿਰ ਅੱਜ ਦੀ ਸਾਰੀ ਚਰਚਾ ਦੇ ਮੁੱਖ ਨੁਕਤਿਆਂ ਤੇ ਨਜ਼ਰ ਮਾਰੀਏ। ਪਹਿਲਾਂ ਅਸੀਂ ਸਿੱਖਿਆ ਕਿ EVS ਸਿਖਾਉਣ ਲਈ ਨਿਸ਼ਕ੍ਰਿਆ ਸਿੱਖਿਆ ਪੈਸਿਵ ਲਰਨਿੰਗ ਦੀ ਥਾਂ ਸਰਗਰਮ ਸਿੱਖਿਆ ਐਕਟਿਵ ਲਰਨਿੰਗ ਦੇ ਤਰੀਕੇ ਜਿਵੇਂ ਕਿ ਫੀਲਡ ਟ੍ਰਿਪਸ ਅਤੇ ਸਟੋਰੀ ਟੈਲਿੰਗ ਬਹੁਤ ਜ਼ਰੂਰੀ ਹਨ। ਦੂਜਾ, ਅਸੀਂ ਅਸੈਸਮੈਂਟ ਫॉर ਲਰਨਿੰਗ ਜੋ ਕਿ ਸੁਧਾਰ ਲਈ ਹੈ ਅਤੇ ਅਸੈਸਮੈਂਟ ਆਫ ਲਰਨਿੰਗ ਜੋ ਕਿ ਨਿਰਣੇ ਲਈ ਹੈ ਵਿਚਲਾ ਅਹਿਮ ਫਰਕ ਸਮਝਾ। ਅਤੇ ਤੀਜਾ, ਅਸੀਂ ਜਾਣਿਆ ਕਿ ਬੱਚਿਆਂ ਦੀ ਸੋਚ ਨੂੰ ਵਿਕਸਿਤ ਕਰਨ ਲਈ ਓਪਨ ਐਂਡਡ ਕੁਐਸਚਨਸ ਕਿੰਨੇ ਜ਼ਰੂਰੀ ਹਨ। ਇਸ ਸਭ ਦਾ ਸਿੱਟਾ ਇਹ ਹੈ, ਪ੍ਰਭਾਵਸ਼ਾਲੀ EVS ਸਿੱਖਿਆ ਬੱਚਿਆਂ ਨੂੰ ਸਰਗਰਮ, ਭਾਵਨਾਤਮਕ ਅਤੇ ਵਿਹਾਰਕ ਅਨੁਭਵ ਦੇਣ ਬਾਰੇ ਹੈ। ਪਰ ਅਸਲ ਚੁਣੌਤੀ ਹੁਣ ਤੁਹਾਡੇ ਲਈ ਹੈ। ਅਸੀਂ ਸਾਰੇ ਉਸੇ ਸਿੱਖਿਆ ਪ੍ਰਣਾਲੀ ਵਿੱਚੋਂ ਲੰਘੇ ਹਾਂ ਜਿੱਥੇ ਲੈਕਚਰ ਅਤੇ ਪ੍ਰੀਖਿਆਵਾਂ ਆਮ ਸਨ, ਤਾਂ ਅਸਲ ਪ੍ਰੀਖਿਆ ਹੁਣ ਅਧਿਆਪਕ ਦੀ ਹੈ। ਤੁਸੀਂ ਇਸ ਪੁਰਾਣੇ ਚੱਕਰ ਨੂੰ ਕਿਵੇਂ ਤੋੜੋਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਿਰਫ ਜਾਣਕਾਰੀ ਨਹੀਂ, ਸਗੋਂ ਜੀਵਨ ਭਰ ਸਿੱਖਣ ਦੀ ਅਸਲ ਉਤਸੁਕਤਾ ਮਿਲ ਸਕੇ।